ਬਿਲਾਵਲ ਮਹੱਲਾ ਚੌਥਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਿਲਾਵਲ ਰਾਗ ਵਿੱਚ ਸ਼ੋਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ। ਹੇ ਸਖੀ ਮੇਰੇ ਹਿਰਦੇ ਤੇ ਸਰੀਰ ਰੋਮ ਰੋਮ 'ਚ ਬੇਅੰਤ ਮਾਲਕ ਪ੍ਰਭੂ ਦਾ ਪ੍ਰੇਮ ਪਿਆਰ ਲੱਗਾ ਹੋਇਆ ਹੈ। ਖਿਨ ਖਿਨ ਸ਼ਰਦਾ ਮਨ ਬਹੁਤ ਉਠਈਆ। ਮੇਰੇ ਮਨ ਮੇਰੇ ਹਿਰਦੇ 'ਚ ਖਿਨ ਖਿਨ ਕਾਲ ਕਰਕੇ ਬਹੁਤ ਸ਼ਰਧਾ ਉੱਠ ਰਹੀ ਹੈ। ਗੁਰ ਦੇਖੇ ਸ਼ਰਧਾ ਮਨ ਪੂਰੀ। ਗੁਰੂ ਨੂੰ ਵੇਖ ਕੇ ਮੇਰੇ ਮਨ ਦੀ ਸਾਰੀ ਸ਼ਰਧਾ ਪੂਰੀ ਹੋ ਗਈ ਹੈ। ਜਿਉ ਚਾਤਰ ਕਾ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ। ਜਿਵੇਂ ਬੱਦਲ ਆਏ ਤੋਂ ਬਬੀਹਾ ਪ੍ਰਿਉ ਪ੍ਰਿਉ ਸ਼ਬਦ ਉਚਾਰਦਾ ਹੋਵੇ ਤੇ ਉਹਦੇ ਮੂੰਹ ਵਿੱਚ ਸਵਾਂਤੀ ਬੂੰਦ ਆ ਕੇ ਪੈ ਜਾਏ ਤਾਂ ਉਹ ਨਿਹਾਲ ਹੋ ਜਾਂਦਾ ਹੈ। ਤਿਵੇਂ ਬਬੀਹੇ ਦੀ ਤਰ੍ਹਾਂ ਮੇਰਾ ਚਿੱਤ ਪਿਰੀ ਪਿਰੀ ਸ਼ਬਦ ਉਚਾਰ ਰਿਹਾ ਸੀ ਤੇ ਗੁਰੂ ਰੂਪੀ ਬੱਦਲ ਨੇ ਅਭੇਦ ਨਿਸ਼ਚੇ ਰੂਪ ਜਾਂ ਦਰਸ਼ਨ ਰੂਪ ਬੂੰਦ ਸਾਡੇ ਹਿਰਦੇ ਨੂੰ ਮੂੰਹ 'ਚ ਪਾਉਣਾ ਕੀਤੀ ਹੈ। ਮੈਲ ਮੈਲ ਸਖੀ ਹਰ ਕਥਾ ਸੁਨਈਆ। ਇਹ ਮਹਾਤਮਾ ਰੂਪ ਸਹੇਲੀ ਮੈਨੂੰ ਮਿਲ ਮਿਲ ਕੇ ਹਰੀ ਪ੍ਰਭੂ ਦੀ ਸਰੂਪ ਰੂਪੀ ਤਟਸਥੀ ਲਕਸ਼ਣਾਂ ਵਾਲੀ ਕਥਾ ਸੁਣਾਉਣਾ ਕਰ। ਸਤਿਗੁਰ ਦਇਆ ਕਰੇ ਪ੍ਰਭ ਮਿਲੇ। ਇਹ ਸਖੀ ਸਤਿਗੁਰੂ ਜੀ ਆਪਣੀ ਮਿਹਰ ਕਰਕੇ ਮੈਨੂੰ ਪ੍ਰਭੂ ਪਤੀ ਦੇ ਨਾਲ ਮੇਲ ਦਿੰਦੇ ਹਨ। ਤਿਸ ਆਗੈ ਸਿਰ ਕੱਟ ਕੱਟ ਪਈਆ। ਜਿਹੜਾ ਮੈਨੂੰ ਪਤੀ ਪਰਮਾਤਮਾ ਨਾਲ ਮਿਲਾ ਦੇਵੇ ਮੈਂ ਤਿੰਨਾਂ ਗੁਰਾਂ ਦੇ ਅੱਗੇ ਆਪਣਾ ਹੰਕਾਰ ਰੂਪ ਸਿਰ ਕੱਟ ਕੱਟ ਕੇ ਉਹਨਾਂ ਦੇ ਚਰਨੀ ਪੈਂਦੀ ਹਾਂ। ਵਿਸ਼ਰਾਮ ਦੇ ਕਰ ਫਰਮਾਉਂਦੇ ਨੇ। ਰੋਮ ਰੋਮ ਮਨ ਤਨ ਇੱਕ ਬੇਦਨ। ਇਹ ਸਖੀ ਮੇਰੇ ਮਨ ਹਿਰਦੇ ਤੇ ਤਨ ਸਰੀਰ ਤੇ ਰੋਮ ਰੋਮ ਦੇ ਵਿੱਚ ਇੱਕ ਵਿਛੋੜੇ ਦੀ ਪੀੜਾ ਲੱਗ ਰਹੀ ਹੈ। ਮੈਂ ਪ੍ਰਭ ਦੇਖੇ ਬਿਨਾ ਨੀਂਦ ਨਾ ਪਈਆ। ਮੈਨੂੰ ਪ੍ਰਭੂ ਪਤੀ ਨੂੰ ਦੇਖੇ ਤੋਂ ਬਿਨਾ ਪ੍ਰਤੱਖ ਜਾਂ ਸ਼ਾਂਤੀ ਰੂਪ ਜਾਂ ਇਕਾਗਰਤਾ ਸਮਾਧੀ ਰੂਪ ਨੀਂਦ ਨਹੀਂ ਪੈਂਦੀ ਹੈ। ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। ਮੇਰੇ ਅੰਤਰ ਵੇਦਨ ਗੁਰ ਬਿਰਹੋਂ ਲਗਾਵੇ। ਸੋ ਮਹਾਰਾਜ ਦੇ ਦਰਸ਼ਨਾਂ ਤੋਂ ਬਗੈਰ ਮੇਰੇ ਅੱਖਾਂ ਦੇ ਵਿੱਚ ਨੀਂਦਰ ਨਹੀਂ ਪੈਂਦੀ ਹੈ। ਵੈਦ ਕਾ ਨਾਟਕ ਦੇਖ ਭੁਲਾਨੇ। ਜੋ ਵੈਦ ਹੈ ਉਹ ਨਾੜੀਆਂ ਨੂੰ ਵੇਖ ਕਰਕੇ ਭੁੱਲੇ ਹੋਏ ਹਨ। ਮੈਂ ਹਿਰਦਾ ਮਨ ਤਨ ਪ੍ਰੇਮ ਪੀਰ ਲਗਈਆ। ਪਰ ਮੇਰੇ ਹਿਰਦੇ ਤੇ ਮਨ ਤਨ ਵਿੱਚ ਪ੍ਰਭੂ ਪਤੀ ਦੇ ਪਿਆਰ ਦੀ ਪੀੜਾ ਲੱਗੀ ਹੋਈ ਹੈ। ਬਿਮਾਰੀ ਤਾਂ ਕੋਈ ਨਹੀਂ ਹੈ। ਸ੍ਰੀ ਗੁਰੂ ਰਾਮਦਾਸ ਜੀ ਨੂੰ ਮਾਤਾ ਜੀ ਲਾਹੌਰ ਆਪ ਦੇ ਘਰ ਲੈ ਆਏ। ਮਨ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ। ਹੁਣ ਵੈਦ ਕੀ ਆਖੂਗਾ? ਬਿਮਾਰੀ ਹੋਊਗੀ ਤਾਂ ਦੱਸੂਗਾ ਅਤੇ ਉਹ ਨਬਜ਼ ਵੇਖ ਕੇ ਬਿਮਾਰੀ ਲੱਭਦਾ ਪਿਆ। ਬਿਮਾਰੀ ਹੋਏ ਤਾਂ ਹੀ ਨਬਜ਼ ਵਿੱਚੋਂ ਲੱਭੇ। ਹਿਰਦੇ 'ਚ ਤਾਂ ਗੁਰੂ ਅਮਰਦਾਸ ਦੇ ਦਰਸ਼ਨਾਂ ਦੀ ਪੀੜਾ ਵੱਸ ਰਹੀ ਹੈ। ਮਿਲਣਾ ਤਾਂ ਉਹਨਾਂ ਨੂੰ ਚਾਹੁੰਦੇ ਆ ਅਤੇ ਇਸ ਲਈ ਵੈਦ ਕੀ ਕਰਨਗੇ? ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਹ। ਭੋਲਾ ਵੈਦ ਨਾ ਜਾਣਈ ਕਰਕ ਕਰੇ ਜੇ ਮਾਹੇ। ਅਸਲ 'ਚ ਜਿਹੜੇ ਡਾਕਟਰ ਹੁੰਦੇ ਨੇ ਖਾਸ ਕਰਕੇ ਜੇਲ੍ਹਾਂ ਦੇ ਵਿੱਚ ਜਾਂਦੇ ਹਨ ਉਹ ਇਕੱਲੀ ਦਵਾਈ ਹੋਈ ਨਹੀਂ ਦਿੰਦੇ। ਆਮ ਕਹਾਵਤ ਹੈ ਭਈ ਕਈ ਵਾਰ ਸਵਾਹ ਦੀ ਪੁੜੀ ਨਾਲ ਵੀ ਆਰਾਮ ਆ ਜਾਂਦਾ। ਜਿਹੜਾ ਰੋਗੀ ਹੈ ਉਹਨੂੰ ਦੱਸੋ ਨਾ, ਆਖੋ ਵੀ ਇਹ ਦਵਾਈ ਹੈ, ਦਿਓ ਕੁਛ ਵੀ ਨਾ। ਖਾਸ ਕਰਕੇ ਨਸ਼ੇ ਛੱਡਣ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਭਾਵੇਂ ਮੈਂ ਕਈਆਂ ਤੋਂ ਸੁਣਿਆ ਵੀ ਉਹ ਜਿਹੜੀਆਂ ਚੰਗੀਆਂ ਚੀਜ਼ਾਂ ਖੰਡ ਆਦਿਕ ਅਤੇ ਉਹੀ ਵਿੱਚ ਕੁਛ ਹੋਰ ਪਾ ਕੇ, ਜਿਸ ਤਰ੍ਹਾਂ ਮੰਨ ਲਓ ਜਵੈਣ ਹੈ ਜਾਂ ਸੌਂਫ ਹੈ ਜਾਂ ਇਲਾਚੀ ਆਦਿਕ ਹੈ, ਅਤੇ ਕਈਆਂ ਨੂੰ ਮੈਂ ਸਲਾਹ ਦਿੱਤੀ ਹੈ ਬੱਬਲ ਗਮ ਹੀ ਖਾਈ ਜਾਓ। ਮਤਲਬ ਜਿਨ੍ਹਾਂ ਦਾ ਮੂੰਹ ਮਾਰਨ ਦਾ ਆਦਤ ਉਹ ਜਾਂਦੀ ਨਹੀਂ, ਤੰਬਾਕੂ ਖਾਈ ਜਾਂਦੇ ਨੇ, ਵੀ ਘੱਟੋ ਘੱਟ ਬੰਦਾ ਨਸ਼ੇ ਤੋਂ ਤਾਂ ਬਚੂਗਾ। ਤੋ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਉਹ ਨਸ਼ਾ ਵੀ ਛੁੱਟ ਜਾਂਦਾ
ਤੇ ਦਵਾਈ ਭਾਵੇਂ ਤੇਜ਼ ਨਾ ਹੋਏ, ਥੋੜ੍ਹੀ ਜਿਹੀ ਦਵਾਈ ਨਾਲ ਹੀ ਆਰਾਮ ਆ ਜਾਂਦਾ। ਸਿਆਣਾ ਡਾਕਟਰ ਉਹ ਹੈ ਵੀ ਪਹਿਲਾਂ ਮਰੀਜ਼ ਨਾਲ ਗੱਲ ਕਰਦਾ ਹੈ। ਅੱਜ ਕੱਲ੍ਹ ਦੇ ਡਾਕਟਰ 500 ਮੋਟੀਆਂ ਫੀਸਾਂ ਤਾਂ ਲੈਂਦੇ ਨੇ ਅਤੇ ਪਰ ਗੱਲ ਨਹੀਂ ਕਰਦੇ। ਜੇ ਕਿਸੇ ਨੂੰ ਪੁੱਛੋ ਵੀ ਬਿਮਾਰੀ ਦੀ ਜੜ੍ਹ ਕਿਵੇਂ ਸ਼ੁਰੂ ਹੋਈ, ਕੋਈ ਜਵਾਬ ਨਹੀਂ ਹੈ, ਬਸ ਟੈਸਟ ਕਰਾਓ ਅਤੇ ਉਹਦੇ ਅਕੋਰਡਿੰਗ 1 ਮਿੰਟ 'ਚ ਦਵਾਈ ਲਿਖ ਕੇ ਤੋਰ ਦੇਣਾ। ਸੋ ਅਸਲੀ ਡਾਕਟਰ ਜੋ ਹੈ ਉਹ ਮਰੀਜ਼ ਦਾ ਜਿਹੜੀ ਸੋਚ ਵਿਚਾਰ ਹੈ, ਦਿਮਾਗ ਹੈ, ਉਹਨੂੰ ਦੇਖਦਾ ਹੈ। ਕਈ ਵਾਰ ਬਿਮਾਰੀ ਆਪਦੀ ਚੇਤਾ ਹੁੰਦੀ ਹੈ, ਸਰੀਰ ਤੰਦਰੁਸਤ ਹੁੰਦਾ ਹੈ। ਖਾਸ ਕਰ ਜਿਹੜੇ ਜੇਲ੍ਹਾਂ 'ਚ ਜਾਂਦੇ ਨੇ ਉਹ ਕੈਦੀਆਂ ਦਾ ਇਲਾਜ, ਸੋ ਉਹਨਾਂ ਦੀ ਸੋਚ ਵਿਚਾਰ ਨੂੰ ਸਹੀ ਕਰਕੇ ਇਸ ਤਰ੍ਹਾਂ ਹੀ ਕਰ ਦਿੰਦੇ ਹਨ। ਮਾੜੀ ਮੋਟੀ ਦਵਾਈ ਦੇਣੀ, ਕੁਝ ਉਹਨਾਂ ਨੂੰ ਸਮਝਾ ਦੇਣਾ। ਹਾਂਗਕਾਂਗ ਦੇ ਵਿੱਚ ਸਪੈਸ਼ਲ ਗੌਰਮੈਂਟ ਵੱਲੋਂ ਸਾਡੇ ਗੁਰਦੁਆਰੇ ਪੈਸੇ ਆਉਂਦੇ ਸੀ ਵੀ ਆਪਦੇ ਸਿੰਘਾਂ ਨੂੰ, ਭਾਈਆਂ ਨੂੰ ਜੇਲ੍ਹਾਂ 'ਚ ਭੇਜੋ। ਹਰ ਮਹੀਨੇ ਦੇ ਮਹੀਨੇ ਉਹ ਡਿਊਟੀ ਹੁੰਦੀ ਸੀ ਮੁਸਲਮਾਨਾਂ ਦੇ ਕਾਜ਼ੀਆਂ ਦੀ, ਮੁੱਲਾਂ ਦੀ, ਈਸਾਈਆਂ ਦੇ ਪਾਦਰੀਆਂ ਦੀ, ਅਤੇ ਸਾਨੂੰ ਗੁਰਦੁਆਰਿਓਂ ਜਾਣਾ ਪੈਂਦਾ। ਸਪੈਸ਼ਲ ਉਹ ਕਾਰਡ ਬਣਾਏ ਸੀ, ਆਪ ਉਹਨਾਂ ਨਾਲ ਲੈ ਕੇ ਜਾਣਾ ਅਤੇ ਕਹਿਣਾ ਵੀ ਇਹਨਾਂ ਨੂੰ ਸਮਝਾਓ, ਇਹ ਕਮਲੇ ਬੰਦੇ ਸ਼ਰਾਰਤਾਂ ਕਿਉਂ ਕਰਦੇ ਨੇ, ਅਤੇ ਇਸ ਵਾਸਤੇ ਸੁਧਰਨ ਦੀ ਸਿੱਖਿਆ ਦਿਓ। ਫਿਰ 24 ਸਾਹਿਬ ਦਾ ਪਾਠ ਕਰਨਾ, ਆਨੰਦ ਸਾਹਿਬ ਕਰਨਾ, ਕੋਈ ਜਪਜੀ ਸਾਹਿਬ ਦਾ ਪਾਠ, ਕੋਈ ਸਾਖੀ ਸੁਣਾਉਣੀ। ਜਿਹਨੇ ਕਿਤਾਬ ਮੰਗਣੀ ਉਹ ਕਿਤਾਬ ਨਾਲ ਲੈ ਜਾਣੀ। ਸੋ ਕਹਿਣ ਤੋਂ ਭਾਵ ਹੈ ਵੀ ਜ਼ਰੂਰੀ ਨਹੀਂ ਦਵਾਈ ਨਾਲ ਆਰਾਮ ਆਉਂਦਾ। ਗੁਰੂ ਘਰ ਦੇ ਵਿੱਚ ਤਾਂ ਹੀ ਉਹ ਤੰਦਰੁਸਤੀ ਹੈ, ਕਿਉਂਕਿ ਇੱਥੇ ਚਿੰਤਾ ਦੀ ਜੜ੍ਹ ਨੂੰ ਖਤਮ ਕੀਤਾ ਜਾਂਦਾ ਹੈ। ਜੋ ਬਿਮਾਰੀ ਦੀ ਜੜ੍ਹ ਚਿੰਤਾ, ਅਤੇ ਚਿੰਤਾ ਜਿਸ ਤੋਂ ਲੱਗੀ ਹੈ ਉਹ ਖਤਮ ਕਰ ਦਿੱਤੀ ਜਾਂਦੀ ਹੈ ਮਨ ਇਕਾਗਰ ਕਰਕੇ। ਤਾਂ ਵੇਖੋ ਕਈ ਜਿਹੜੇ ਗੁਰਮੁਖ ਪਿਆਰੇ ਉਹ ਕਥਾ ਕੀਰਤਨ ਰਾਹੀਂ ਬਿਮਾਰੀਆਂ ਸਹੀ ਕਰ ਦਿੰਦੇ ਹਨ। ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਗੌੜੀ ਬਾਮਣ ਅੱਖਰੀ ਮਹੱਲਾ 5ਵਾਂ ਦੀ ਕਥਾ ਸੁਣਾਈ। ਇਹ ਕੋੜੀ ਦਾ ਕੋੜ ਦੂਰ ਕਰਤਾ। ਇੱਥੇ ਹੀ ਦਰਬਾਰ ਦੇ ਵਿੱਚ 2 ਸਾਲ ਪਹਿਲਾਂ ਇੱਥੇ ਗੁਰਬਾਣੀ ਬਹੁਤ ਸਮਾਗਮ ਹੋਇਆ, ਅਜੇ ਤਿਆਰੀ ਨਹੀਂ ਸੀ ਹੋਈ। ਇੱਕ ਬਾਣੀ ਸੁਣਦਿਆਂ ਹੀ ਮੁਕਤੀ ਨੂੰ ਪ੍ਰਾਪਤ ਹੋ ਗਿਆ, ਅਤੇ ਇੱਕ ਦੀ ਉਹ ਬਿਮਾਰੀ ਚੁੱਕੀ ਗਈ। ਅਜੇ ਆਉਂਦਾ ਵੀ ਇੱਕ ਟਾਈਮ ਸੀਗਾ। ਇਉਂ ਗੁਰਬਾਣੀ ਸੁਣਤ ਮੇਰਾ ਮਨ ਭੀਨਾ, ਮਨ ਦਰਵਿਆ ਨਿਜ ਕਰ ਆਵੇ ਗੋ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀ ਕਾ ਮਿਟਾਵੋ ਪ੍ਰਭ ਸੋਗ। ਬਿਮਾਰੀ ਸਾਨੂੰ ਘੱਟ ਹੁੰਦੀ ਹੈ, ਚਿੰਤਾ ਸੋਗ ਜ਼ਿਆਦਾ ਹੁੰਦਾ ਹੈ। ਤੋ ਇਸ ਘਰ ਦੇ ਵਿੱਚ ਹਰਖ ਅਨੰਤ, ਖੁਸ਼ੀਆਂ ਬਹੁਤ ਜ਼ਿਆਦੀਆਂ ਨੇ, ਸੋਗ ਨਹੀਂ ਵੀ ਆ। ਰੱਤੀ ਭਰ ਵੀ ਅਫਸੋਸ ਦੀ ਇੱਥੇ ਤੁਹਾਨੂੰ ਕਣੀ ਨਹੀਂ ਮਿਲੇਗੀ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਇਸ ਘਰ ਵਿੱਚ ਤਾਂ ਆਈਦਾ ਹੈ ਵੀ ਇੱਥੇ ਮਨ, ਸੋ ਮਨ ਆਨੰਦ ਭਇਆ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮਨ ਮਜੀਆਂ ਵਧਾਈਆਂ, ਮਨ ਪ੍ਰਸੰਨ ਹੋਏ। ਤੋ ਅੱਧੀ ਬਿਮਾਰੀ ਤਾਂ ਡਾਕਟਰ ਨਾਲ ਮਿਲ ਕੇ ਚੁੱਕੀ ਜਾਂਦੀ ਹੈ। ਵੈਦ ਭੁਲਾਇਆ ਵੈਦ ਕੀ ਪਕੜ ਟੰਡੋਲੇ ਬਾਹਾਂ, ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ। ਜੋ ਪ੍ਰਭੂ ਪ੍ਰਾਪਤੀ ਦੀ ਤੜਪ ਹੈ ਉਹਨੂੰ ਭੋਲਾ ਵੈਦ ਕੀ ਜਾਣਦਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤਰ ਕੀ ਨਿਆਈ। ਤ੍ਰਿਖ ਨ ਉਤਰੈ ਸਾਧ ਨ ਆਵੈ, ਬਿਨ ਦਰਸ਼ਨ ਸੰਤ ਪਿਆਰੀ ਜੀਓ। ਹਉ ਘੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਹਉ ਖੈਨ ਪਾਲ ਰਹਿ ਨਾ ਸਕਉ, ਬਿਨ ਪ੍ਰੀਤਮ। ਖੇਨ ਅੱਖ ਚਮਕਣ ਦੇ ਸਮੇਂ ਨੂੰ ਕਹਿੰਦੇ ਨੇ। ਅਤੇ ਸਾਧ ਸੰਗਤ ਜੀਓ 15 ਵਾਰ ਅੱਖ ਝਮਕੋ ਅਤੇ ਇੱਕ ਵਿਸਵਾ ਬਣਦਾ ਹੈ। 15 ਵਿਸਵਿਆਂ ਦਾ ਇੱਕ ਚਸਾ ਬਣਦਾ ਹੈ। 30 ਚਸਿਆਂ ਦਾ ਇੱਕ ਪਲ ਹੁੰਦਾ ਹੈ। ਹਾਂ ਖਿੰਨ ਪਲ, ਅੱਖ ਝਮਕਣ ਜਿੰਨਾ ਸਮਾਂ ਅਤੇ ਪਲ ਜੋ 30 ਚਸਿਆਂ ਦਾ ਪਲ ਹੈ, ਇੰਨਾ ਥੋੜ੍ਹਾ ਸਮਾਂ ਵੀ ਮੈਂ ਮਹਾਰਾਜ ਦੇ ਦਰਸ਼ਨਾਂ ਤੋਂ ਬਗੈਰ ਨਹੀਂ ਰਹਿ ਸਕਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਉਂ ਆਪਾਂ ਸੋਚੀਏ ਕਿ ਆਪਾਂ ਇੱਥੇ ਹੀ ਬੈਠੇ ਰਹੀਏ, ਇੰਝ ਤਾਂ ਹੋ ਨਹੀਂ ਸਕਦਾ। ਫਿਰ ਮਹਾਰਾਜ ਨੇ ਕਿਵੇਂ ਆਖ ਦਿੱਤਾ,
ਵੈਸੇ ਗੁਰੂ ਰਾਮਦਾਸ ਜੀ 24 ਘੰਟੇ ਗੁਰੂ ਅਮਰਦਾਸ ਜੀ ਚਰਨਾਂ 'ਚ ਰਹਿੰਦੇ ਸਨ, ਤੇ ਪਰ ਹਰੇਕ ਵਾਸਤੇ ਇਸ ਤਰ੍ਹਾਂ ਨਹੀਂ ਹੋ ਸਕਦਾ ਹੈ। ਤੋ ਜਿੱਥੋਂ ਤੱਕ ਮੈਨੂੰ ਸਮਝ ਆਈ ਹੈ ਬਾਣੀ ਦੀ, ਉਹ ਇੰਨੀ ਕਾਈ ਹੈ ਕਿ ਜੇ ਬੰਦਾ ਅੱਠੇ ਪੈਰ ਨਹੀਂ ਰਹਿ ਸਕਦਾ, ਕਿਉਂਕਿ ਗ੍ਰਸਤੀਆਂ ਕਾਰੋਬਾਰ ਵਾਲੀਆਂ ਆਪਾਂ ਦੁਨਿਆਵੀ ਹਾਂ, ਮਹਾਰਾਜ ਤਾਂ ਰੱਬ ਨੇ, ਰੱਬ ਦੀ ਤੇ ਬੰਦੇ ਦੀ ਦੱਸੋ ਕਿਵੇਂ ਬਰਾਬਰੀ ਹੋ ਸਕਦੀ ਹੈ? ਤਾਂ ਰੱਬ ਕਹਿ ਰਿਹਾ, ਹੁਣ ਆਪਾਂ ਬੰਦੇ ਹਾਂ, ਹੁਣ ਬੰਦਿਆਂ ਵਾਸਤੇ ਇੰਨਾ ਕੁ ਹੋਣਾ ਚਾਹੀਦਾ ਵੀ ਸਵੇਰੇ ਦਰਸ਼ਨ ਕਰ ਜਾਈਏ, ਸ਼ਾਮ ਨੂੰ ਆ ਕੇ ਫਿਰ ਕਰ ਲਈਏ। ਜਿਹੜੇ ਸਵੇਰੇ ਕੀਤੇ ਨੇ ਉਹ ਨਾਲ ਨਾਲ ਤਾਂ ਵਾਹਿਗੁਰੂ ਵਾਵੇ ਕਰਨਾ ਹਾਹੇ ਸਿਆਰੀ ਗੱਗੀ ਔਂਕੜ ਰਾਰੇ ਦਲੈਂਕੜ। ਦਰਸ਼ਨਾਂ ਦਾ ਮਤਲਬ ਕੀ ਹੈ? ਗੁਰਬਾਣੀ ਨੂੰ ਅੱਖਾਂ 'ਚ ਰੱਖਣਾ ਅਤੇ ਜ਼ੁਬਾਨ 'ਤੇ ਰੱਖਣਾ। ਜੋ ਪੜ੍ਹਦੇ ਹਾਂ ਉਹਦੇ ਦਰਸ਼ਨ ਹੋਣੇ, ਮਤਲਬ ਅੱਖਰਾਂ 'ਚ ਧਿਆਨ ਰੱਖਣਾ। ਜਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਵੇਖ ਗਏ ਹਾਂ, ਹੁਕਮਨਾਮਾ ਲੈਂਦੇ ਹਾਂ, ਉਹੀ ਮਹਾਰਾਜ ਦਾ ਸਰੂਪ ਅੱਖਾਂ 'ਚ ਰੱਖਣਾ ਸਾਰੀ ਦਿਹਾੜੀ। ਧਿਆਨ ਦੇ ਦਰਸ਼ਨ ਹਨ। ਸਰੀਰ ਜਿਹੜਾ ਹੈ ਉਹਨੇ ਕਿਰਿਆ ਵੀ ਕਰਨੀ ਹੈ ਅਤੇ ਇੱਧਰ ਉੱਧਰ ਵੀ ਜਾਣਾ ਹੈ, ਤਾਂ ਇਸ ਤਰ੍ਹਾਂ ਅਸੰਭਵ ਹੈ ਅੱਠੇ ਪੈਰ। ਫਿਰ ਸੋਚ ਪਵਿੱਤਰਤਾ ਵੀ ਨਹੀਂ ਰਹਿੰਦੀ। ਅਤੇ ਇਸ ਲਈ ਬਹਿਣ ਦੀ ਜਗ੍ਹਾ ਵੀ ਥੋੜ੍ਹੀ ਹਰਿਮੰਦਰ ਸਾਹਿਬ ਦੇ ਅੰਦਰ, ਜੇ ਸਾਰੀ ਆ ਕੇ ਬੈਠ ਜਾਣ ਤਾਂ ਜਗ੍ਹਾ ਹੀ ਨਹੀਂ ਹੈ, ਫਿਰ ਦਰਸ਼ਨ ਕਿਵੇਂ ਹੋਣ? ਇਹੀ ਦਰਸ਼ਨ ਨੇ ਜੋ ਗੁਰਬਾਣੀ ਨੂੰ ਪੜ੍ਹੀ ਜਾਣਾ ਹੈ ਅਤੇ ਬਾਣੀ ਨੂੰ ਵੇਖੀ ਜਾਣਾ ਹੈ। ਰਸਨਾ ਦੇ ਨਾਲ ਮਹਾਰਾਜ ਦੇ ਸੋ ਜਾਪ ਨੂੰ ਜਪਣਾ, ਅੰਤਰ ਗੁਰ ਆਰਾਧਨਾ, ਹਿਰਦੇ ਕਰਕੇ ਸਿਮਰਨ ਕਰਨਾ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਭੇਖਣਾ। ਅੱਖਾਂ ਦੇ ਨਾਲ ਜੋ ਪੜ੍ਹ ਰਹੇ ਹਾਂ ਉਹਨੂੰ ਮਹਿਸੂਸ ਕਰਨਾ ਵੀ ਆਪਾਂ ਬਾਣੀ ਭਾਵੇਂ ਜ਼ਬਾਨੀ ਪੜ੍ਹ ਰਹੇ ਹਾਂ ਜਾਂ ਵੇਖ ਕੇ, ਬਾਣੀ ਦੇ ਦਰਸ਼ਨ ਹੀ ਗੁਰੂ ਜੀ ਦੇ ਦਰਸ਼ਨ ਹਨ। ਫਿਰ ਜਦ ਚਿੱਤ ਜੁੜ ਜਾਂਦਾ ਤਾਂ ਸ਼ਬਦ ਦਾ ਪ੍ਰਕਾਸ਼ ਪ੍ਰਾਪਤ ਹੁੰਦਾ। ਜਿਹੜਾ ਅੱਠੇ ਪੈਰ ਹਿਰਦੇ 'ਚ ਪ੍ਰਕਾਸ਼ ਰਹਿਣਾ ਹੈ, ਇਹੀ ਦਰਸ਼ਨ ਨੇ। ਤਿੱਥੈ ਲੋ ਲੋ ਆਕਾਰ, ਮਹਾਰਾਜ ਦੀ ਅਸਲ ਦਰਸ਼ਨ ਪ੍ਰਕਾਸ਼ ਹੈ। ਜੇ ਗਿਆਨ ਪੁਰਗਾਸ ਅਗਿਆਨ ਮਿਟੰਤ, ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦ, ਹਰ ਕਰ ਕਿਰਪਾ ਮਨ ਵਸ ਜੀਓ। ਜੋ ਅਜਪਾ ਜਾਪ ਦੀ ਧੁਨੀ ਸੁਣਾਈ ਦੇਣੀ ਹੈ, ਮਹਾਰਾਜ ਨੇ ਹਿਰਦੇ 'ਚ ਵਸ ਜਾਣਾ, ਇਹੀ ਦਰਸ਼ਨ ਹਨ। ਇੱਕ ਖਿਨ ਅਤੇ ਪਲ ਜਿੰਨੇ ਸਮੇਂ ਵਿੱਚ ਵੀ ਮੈਂ ਪ੍ਰੀਤਮ ਪਿਆਰੀ ਦੇ ਦਰਸ਼ਨਾਂ ਤੋਂ ਬਗੈਰ ਨਹੀਂ ਰਹਿ ਸਕਦਾ। ਜਉ ਬਿਨ ਅਮਲ ਅਮਲੀ ਮਰ ਗਈਆ। ਜਿਵੇਂ ਅਮਲ ਨਸ਼ੇ ਤੋਂ ਬਿਨਾਂ ਨਸ਼ਈ ਪੁਰਸ਼ ਮਰ ਜਾਂਦਾ, ਉਹਦੀ ਜਾਨ ਨਿਕਲ ਕੇ ਜਾਂਦੀ ਹੈ। ਇੱਕ ਵਾਰ ਮੇਰੀ ਗੱਡੀ ਨੂੰ 7 ਫੇਸ ਕਿਸੇ ਨੇ ਘੇਰ ਲਿਆ। ਬੰਦਾ ਮੂੰਹ ਮੱਥੇ ਲੱਗਦਾ ਸੀਗਾ, ਮੈਂ ਜਾਣਦਾ ਸੀ। ਕਹਿੰਦਾ ਬਾਬਾ ਜੀ 10 ਰੁਪਏ ਕੱਢੋ। ਅਤੇ ਮੈਂ ਕਿਹਾ ਵੀ ਤੂੰ ਕੀ ਕਰਨੇ ਨੇ? ਕਹਿੰਦਾ ਮੈਂ ਝੂਠ ਨਹੀਂ ਬੋਲਦਾ, ਮੇਰੀ ਜਾਨ ਨਿਕਲ ਜਾ ਰਹੀ, ਮੈਂ ਪੁੜੀ ਲੈ ਕੇ ਖਾਣੀ ਹੈ। ਮੈਂ ਕਿਹਾ ਲੈ ਬਈ। ਅਤੇ ਉਸ ਤਰ੍ਹਾਂ ਨਸ਼ੇ ਵਾਸਤੇ ਮਾਇਆ ਦੇਣੀ ਬਣਦੀ ਨਹੀਂ। ਅਤੇ ਮੈਂ ਕਿਹਾ ਵੀ ਤੂੰ ਸੱਚ ਬੋਲਿਆ ਵੀ ਇਹ ਕੰਮ ਤੇਰਾ ਚੰਗਾ ਨਹੀਂ, ਉਹ ਵੀਰ ਬਣ ਕੇ ਛੱਡ ਦੇ। ਮਤਲਬ ਇੰਨਾ ਬੰਦਾ ਅਮਲੀ ਜਿਹੜਾ ਹੈ, ਜੇ ਉਹਨੂੰ ਅਮਲ ਨਾ ਮਿਲੇ ਤਾਂ ਸੱਚਮੁੱਚ ਹੀ ਉਹ ਮਰ ਜਾਂਦਾ ਜੇ। ਸੁਣਿਆ ਵੀ ਹੈ ਅਤੇ ਵੇਖਿਆ ਵੀ ਹੈ। ਨਸ਼ਾ ਟੁੱਟ ਗਿਆ, ਬੰਦਾ ਚੜ੍ਹਾਈ ਕਰ ਗਿਆ। ਅਮਲੀ ਜੀਵੈ ਅਮਲ ਖਾਏ। ਆਪਾਂ ਅਸਲ 'ਚ ਲੌਜਿਕ ਲੈਣਾ ਹੈ, ਕਿਉਂਕਿ ਗੁਰੂ ਘਰ ਬੈਠੇ ਹਾਂ ਅਤੇ ਉਹ ਹਰਜਨ ਜੀਵੈ ਹਰ 'ਤੇ ਆਏ। ਬਸ ਆਪਣਾ ਮਤਲਬ ਤਾਂ ਨਾਮ ਦੇ ਨਾਲ ਹੈ। ਉਹ ਇੱਕ ਉਦਾਹਰਨ ਹੈ। ਬਥੇਰੇ ਸੈਂਟਰ ਖੁੱਲ੍ਹੇ ਨੇ, ਹੌਲੀ ਹੌਲੀ ਡੋਜ਼ ਘਟਾ ਕੇ ਅਤੇ ਘਟ ਜਾਂਦੀ ਹੈ। ਕਈਆਂ ਨੇ ਘਟਾਈ ਵੀ ਹੈ, ਕੇਸ ਰੱਖ ਲਏ ਨੇ, ਗੁਰਮੁਖ ਬਣ ਗਏ ਅਤੇ ਮਹਾਰਾਜ ਦੀ ਕਿਰਪਾ ਹੋ ਗਈ ਹੈ। ਤੋ ਇਸ ਵਾਸਤੇ ਜਿਸ ਤਰ੍ਹਾਂ ਅਮਲੀ ਬੰਦਾ ਅਮਲ ਤੋਂ ਬਗੈਰ ਮਰ ਜਾਂਦਾ, ਆਪਾਂ ਤਾਂ ਡਰਦੇ ਮਾਰੇ ਉਹ 25 ਏਵੜ ਦੀ ਗੋਲੀ ਵੀ ਨਹੀਂ ਖਾਈ ਦੀ। ਇੰਡੀਅਨ ਬੰਦਾ ਕਿਤੇ ਬਾਹਰ ਕੈਨੇਡਾ 'ਚ ਮੈਂ ਵੇਖਿਆ, ਮਾੜਾ ਮੋਟਾ ਖੰਘ ਜ਼ੁਕਾਮ ਬੁਖਾਰ ਉਹ ਟੈਨਲ ਜੀ ਦਿੰਦੇ ਸੀ, ਅਤੇ ਉਹ ਝੱਟ ਹੀ ਦੂਜਿਆਂ ਦੇ ਅਸਰ, ਸਾਡੇ 'ਤੇ ਅਸਰ ਹੀ ਨਹੀਂ ਕਰਨੀ, ਕਿਉਂਕਿ ਖੂਨ 'ਚ ਦਵਾਈਆਂ ਹੀ ਇੰਨੀਆਂ ਬੜੀਆਂ ਹੋਈਆਂ, ਹਰੇਕ 'ਚ ਦਵਾਈ 'ਚ ਨਸ਼ਾ। ਅਤੇ ਇਸ ਵਾਸਤੇ ਜਿਹੜੀ ਨੀਂਦ ਦੀ ਗੋਲੀ ਹੈ ਵੀ ਨਸ਼ਾ ਜੇ। ਜਿਹੜੀ ਜ਼ੁਕਾਮ ਦੀ ਗੋਲੀ ਹੈ, ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰ ਦਿੰਦਾ ਵੀ ਨੀਂਦ ਤਾਂ ਪਹਿਲਾਂ ਹੀ ਨਹੀਂ ਛੱਡਦੀ, ਵਲੇਟ ਮਾਰਦੀ ਹੈ। ਅਤੇ ਡਾਕਟਰ ਸਾਹਿਬ ਹੁਣ ਦਵਾਈ ਲੈਣੀ ਤਾਂ ਪੈਣੀ ਵੀ ਇਹ 'ਚ ਨੀਂਦ ਨਾ ਹੋਏ, ਇਹ ਬੇਨਤੀ ਹੈ, ਕਿਉਂਕਿ ਡਿਊਟੀ ਸਾਡੀ ਐਕਟੀਵਿਟੀ ਦੀ ਹੈ। ਸਾਵਧਾਨ ਇਕਾਗਰ ਚੀਤ, ਸੁੱਤਾ ਬੰਦਾ ਤਾਂ ਉਹ ਹੀ ਬੁਰਾ ਲੱਗਦਾ, ਤੋ ਕਹਿ ਕੇ ਉਹ ਫਿਰ ਵਿੱਚੋਂ ਕਢਾ ਦੇਈਦੀ ਹੈ।
ਡਾਕਟਰਾਂ ਦਾ ਸੁਭਾਅ ਵੀ ਬੰਦਾ ਸੌਂ ਜਾਊ ਅਤੇ ਤੰਦਰੁਸਤ ਹੋ ਜਾਊ। ਅਤੇ ਇਸ ਵਾਸਤੇ ਮਹਾਰਾਜ ਨੇ ਬਾਣੀ ਇਹੋ ਜਿਹੀ ਬਖਸ਼ੀ ਕਥਾ ਕੀਰਤਨ ਵੀ ਗੋਲੀ ਖਾਣ ਦੀ ਜ਼ਰੂਰਤ ਹੀ ਨਹੀਂ। ਆਪਾਂ ਤਾਂ ਚਾਹ ਵੀ ਨਹੀਂ ਡਰਦੇ ਮਾਰੇ ਪੀਂਦੇ ਵੀ ਰੋਟੀ ਦਾ ਨਸ਼ਾ ਤਾਂ ਪਰਮਾਤਮਾ ਨੇ ਦਿੱਤਾ ਹੋਇਆ, ਇਹ ਤੋਂ ਬਗੈਰ ਤਾਂ ਜਿਉਂਦੇ ਰਹਿ ਨਹੀਂ ਸਕਦੇ, ਉਹ ਤਾਂ ਖਾਣੀ ਪੈਣੀ ਹੈ ਤਾਂ ਪ੍ਰਸ਼ਾਦੇ 'ਚ ਵੀ ਨਸ਼ਾ। ਖਾਂਦਿਆਂ ਸਾਰੀ ਵੇਖੋ ਅੱਖਾਂ ਬੰਦ ਹੋਣ ਲੱਗ ਪੈਣਗੀਆਂ, ਉਹ ਭਾਵੇਂ ਜਿੱਥੇ ਮਰਜ਼ੀ ਤੁਰੇ ਫਿਰੋ ਭੱਜੇ ਫਿਰੋ, ਜਦੋਂ ਰੱਜ ਗਏ ਅਤੇ ਚਲੋ ਮੇਰੇ ਭਾਈ ਤੂੰ ਕੌਣ ਅਤੇ ਮੈਂ ਕੌਣ। ਅਤੇ ਇਸ ਵਾਸਤੇ ਬਾਕੀ ਨਸ਼ਿਆਂ ਦਾ ਤਿਆਗ ਹੋਣਾ ਚਾਹੀਦਾ। ਚਾਹ ਵੀ ਇੱਕ ਨਸ਼ਾ ਜੀ, ਨੀਂਦ ਦੀ ਗੋਲੀ ਵੀ ਇੱਕ ਨਸ਼ਾ ਜੀ, ਜਿਹਨੂੰ ਲੱਗ ਜਾਏ ਤਾਂ ਪ੍ਰਸ਼ਾਦੇ ਤੋਂ ਬਗੈਰ ਕੋਈ ਹੋਰ ਨਸ਼ਾ ਗੁਰਸਿੱਖ ਨੂੰ ਨਹੀਂ ਹੋਣਾ ਚਾਹੀਦਾ। ਜਿਹੜਾ ਸੁੱਖਾ ਆਦਿਕ ਹੈ ਇਹ ਵੀ ਸਰੀਰ ਦੀ ਬਰਬਾਦੀ ਦਾ ਕਾਰਨ ਹੈ, ਦਿਮਾਗ ਨੂੰ ਖੁਸ਼ਕੀ ਚੜ੍ਹ ਜਾਂਦੀ। ਇੱਕ ਨੂੰ ਮੈਂ ਹਾਰਟ ਦੀ ਪ੍ਰੋਬਲਮ ਵੇਖੀ, ਮੇਰੇ ਤੋਂ ਮਸਾਂ ਹੀ 1-2 ਸਾਲ ਵੱਡੇ ਹੋਣਗੇ ਗੁਰਮੁਖ, ਅਤੇ ਪ੍ਰਸ਼ਾਦੇ ਦੇ ਵਿੱਚ ਮੱਖਣੀ ਘਿਓ ਪਾ ਕੇ ਦਿੱਤਾ, ਕਹਿੰਦੇ ਭਾਈ ਇਹਨੂੰ ਲੈ ਜਾਓ। ਮੈਂ ਕਿਹਾ ਕੀ ਹੋਇਆ? ਕਹਿੰਦੇ ਹਾਰਟ ਦੀ ਪ੍ਰੋਬਲਮ ਡਾਕਟਰ ਨੇ ਦੱਸਿਆ। ਮੈਂ ਕਿਹਾ ਇਸੇ ਉਮਰੇ? ਮੈਂ ਤਾਂ ਕੱਲ੍ਹ ਮਸ਼ੀਨ 'ਤੇ ਸਰੀਰ ਨੂੰ ਲਾਇਆ, ਕਹਿੰਦੇ ਕੱਖ ਵੀ ਨਹੀਂ, ਨਾ ਸ਼ੂਗਰ, ਨਾ ਬਲੱਡ ਪ੍ਰੈਸ਼ਰ, ਨਾ ਹਾਰਟ, ਨਾ ਗੱਲ, ਨਾ ਬਾਤ। ਅਤੇ ਇਸ ਵਾਸਤੇ ਸਰੀਰ ਉਦੋਂ ਬਰਬਾਦ ਹੁੰਦਾ ਜਦੋਂ ਆਪਾਂ ਕੁਦਰਤ ਦੇ ਭਾਣੇ 'ਚ ਦਖਲ ਦਿੰਦੇ ਹਾਂ। ਕੋਈ ਨਾ ਕੋਈ ਉਲਟੀ ਡੋਜ਼ ਤੋਂ ਓਵਰਡੋਜ਼ ਲਈ ਦੀ ਹੈ, ਜਾਂ ਡਬਲ, ਜਾਂ ਕੋਈ ਨਾ ਕੋਈ ਗਲਤੀ ਹੋ ਜਾਣੀ ਕੁਦਰਤ ਵੱਲੋਂ। ਕਹਿੰਦਾ ਮੈਂ ਸੁੱਖਾ ਪੀਂਦਾ ਰਿਹਾ, ਰਾਹ 'ਚ ਆਉਂਦਿਆਂ ਜਾਂਦਿਆਂ ਨਿਹੰਗ ਸਿੰਘਾਂ ਦਾ ਸਥਾਨ, ਸਾਡੇ ਬਾਬਾ ਨੌਧ ਸਿੰਘ ਦੀ ਸਮਾਧ ਹੈ, ਅਤੇ ਉੱਥੇ ਜਿੰਨਾ ਮਰਜ਼ੀ ਛਕੋ, ਆਪਾਂ ਤਾਂ ਸ਼ਰਦਾਈ ਛਕੀ ਦੀ ਸੀ। ਤੋ ਇਸ ਵਾਸਤੇ ਇਹ ਵੀ ਇੱਕ ਅਮਲ ਜੇ, ਕਿਸੇ ਵੀ ਚੀਜ਼ ਦਾ ਜਿਹੜਾ ਅਮਲ ਹੀ ਹੈ, ਜੇ ਲੱਗ ਜਾਏ ਤਾਂ ਫਿਰ ਉਸ ਤੋਂ ਬਗੈਰ ਰਿਹਾ ਨਹੀਂ ਜਾ ਸਕਦਾ। ਨਾਮ ਦਾ, ਬਾਣੀ ਦਾ, ਕਥਾ ਕੀਰਤਨ ਦਾ, ਨਿਤਨੇਮ ਦਾ, ਸੇਵਾ ਦਾ ਅਮਲ ਹੋਣਾ ਚਾਹੀਦਾ। ਪਾਤਸ਼ਾਹ ਜੀ ਕਥਨ ਕਰਦੇ ਨੇ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਉਂ ਅਮਲੀ ਜਿਹੜਾ ਹੈ, ਜਿਉ ਬਿਨ ਅਮਲ ਹੈ ਅਮਲੀ ਮਰ ਗਈ ਆ। ਬਿਨਾਂ ਅਮਲ ਤੋਂ ਜਿਵੇਂ ਉਹਦਾ ਮਰਨਾ ਹੁੰਦਾ, ਤਿਵੇਂ ਹੋਂ ਖਿੰਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ। ਪ੍ਰਭੂ ਪਤੀ ਦੇ ਦਰਸ਼ਨਾਂ ਤੋਂ ਬਿਨਾਂ ਮੇਰਾ ਮਰਨਾ ਹੁੰਦਾ ਹੈ। ਮੈਨੂੰ ਤਾਂ ਦਰਸ਼ਨਾਂ ਦਾ ਹੀ ਨਸ਼ਾ ਹੈ। ਜਿਨ ਕਉ ਪਿਆਸ ਹੋਏ ਪ੍ਰਭ ਕੇਰੀ। ਇਹ ਸਖੀ ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਤੈਨ ਆਵਰ ਨ ਪਾਵੈ ਬਿਨ ਹਰ ਕੋ ਦੁਈਆ। ਉਹਨਾਂ ਨੂੰ ਭਾਵੇਂ ਲੱਡੂ ਖਵਾਓ, ਭਾਵੇਂ ਬਰਫੀ ਖਵਾਓ, ਅਤੇ ਭਾਵੇਂ ਦੁੱਧ ਪਿਆਓ, ਉਹ ਕਹੂਗੇ ਵੀ ਸਾਨੂੰ ਤਾਂ ਮਹਾਰਾਜ ਦੇ ਦਰਸ਼ਨ ਚਾਹੀਦੇ ਨੇ। ਭਾਵੇਂ ਉਹਨਾਂ ਨੂੰ ਸੋਨੇ ਦਾ ਢੇਰ ਦਿਖਾ ਦਿਓ, ਭਾਵੇਂ ਚਾਂਦੀ, ਭਾਵੇਂ ਮੋਹਰਾਂ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਦ ਧਾਨਕ ਦਾ ਰੂਪ ਧਾਰਿਆ ਸੀਗਾ, ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਪੈਸੇ ਦਿਖਾਏ ਅਤੇ ਡੰਡਾ ਦਿਖਾਇਆ। ਸੰਗਤ ਡਰ ਗਈ, ਕਹਿੰਦੇ ਮੇਰੇ ਪਿੱਛੇ ਕਿਉਂ ਆ ਰਹੇ ਹੋ? ਕਹਿੰਦੇ ਤੁਸੀਂ ਸਾਡੇ ਗੁਰੂ। ਆ ਡੰਡਾ ਵੇਖਿਆ? ਕਹਿੰਦੇ ਮਾਰੂੰਗਾ ਮੈਂ। ਪੈਸੇ ਚੁੱਕੋ, ਭੱਜ ਜਾਓ, ਮੈਥੋਂ ਕੀ ਲੈਣਾ ਤੁਸੀਂ? ਪੈਸੇ ਚਾਹੀਦੇ ਨੇ, ਆਪਦੇ ਘਰ ਨੂੰ ਲੈ ਜਾਓ, ਦੌੜ ਜਾਓ। ਕਈ ਪੈਸੇ ਚੁੱਕੇ ਚਲੇ ਗਏ, ਫਿਰ ਚਾਂਦੀ, ਫਿਰ ਸੋਨੇ ਦੀਆਂ ਮੋਹਰਾਂ, ਫਿਰ ਹੀਰੇ ਮੋਤੀ, ਅਤੇ ਬੜਾ ਕੁਝ ਦਿਖਾਇਆ, ਨਾਲੇ ਡੰਡੇ ਦਾ ਡਰ ਦਿੱਤਾ। ਕੇਵਲ ਬਾਬਾ ਬੁੱਢਾ ਜੀ, ਭਾਈ ਭਗੀਰਥ ਅਤੇ ਪਾਵਨ ਸ੍ਰੀ ਲਹਿਣਾ ਜੀ, ਤਿੰਨੇ ਗੁਰਸਿੱਖ ਰਹਿ ਗਏ, ਕੱਟੜ ਸੀਗੇ, ਲਾਲਚ 'ਚ ਨਹੀਂ ਆਏ। ਫਿਰ ਮੁਰਦਾ ਦਿਖਾਇਆ ਵੀ ਪੁੱਤ ਮੁਰਦਾ ਖਾਓ, ਮੈਨੂੰ ਗੁਰੂ ਮੰਨਦੇ ਹੋ ਨਾ? ਆਖੇ ਲੱਗਣਾ ਨਹੀਂ, ਕਹਿਣਾ ਤੁਸੀਂ ਗੁਰੂ ਜੀ ਹੋ, ਗੁਰੂ ਜੀ ਹੋ। ਆਖੇ ਲੱਗੋ ਚਲੋ ਮੁਰਦਾ ਖਾਓ। ਬਾਬਾ ਬੁੱਢਾ ਅਤੇ ਭਾਈ ਭਗੀਰਥ ਸਾਹਿਬ ਜੀ ਵੀ ਝਾੜੀਆਂ ਵਾਲੇ ਲੋਕ ਗਏ, ਅਤੇ ਪਾਵਨ ਸ੍ਰੀ ਲਹਿਣਾ ਜੀ ਹੱਥ ਜੋੜ ਕੇ ਖੜ੍ਹੇ, ਅਤੇ ਮਾਰਨੇ ਕੁਤਕਾ। ਕਹਿੰਦੇ ਕੁਤਕਾ ਵੇਖਿਆ ਹੀ ਉਹ, ਇਹ ਵੱਜੂਗਾ, ਖਾਂਦਾ ਕਿਉਂ ਨਹੀਂ? ਦੇਰ ਕਿਉਂ ਲਾਈ ਹੋਈ ਹੈ? ਕਹਿੰਦਾ ਜੀ ਇਸ ਗੱਲ ਦੀ ਦੇਰ ਹੈ ਵੀ ਪੈਰਾਂ ਵੱਲੋਂ ਸ਼ੁਰੂ ਕਰਾਂਗੇ, ਸਿਰ ਵੱਲੋਂ ਸ਼ੁਰੂ ਕਰਾਂ। ਗੱਜ ਕੇ ਆਖੋ ਸਤਨਾਮ ਸ੍ਰੀ। ਮਾਰੇ ਕਹਿੰਦੇ ਕਿ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰਾ ਹੀ ਖਾ, ਜਾਂ ਚਾਦਰ ਲਈ ਤਾਂ ਫਿਰ ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਕੜਾ ਪ੍ਰਸ਼ਾਦ ਨਾਲੇ ਤਾਂ ਛਕਿਆ, ਭੱਜ ਭੱਜ ਕੇ ਭੁੱਖ ਲੱਗੀ ਹੋਈ ਸੀ, ਨਾਲੇ ਮਹਾਰਾਜ ਦਾ ਹੁਕਮ, ਨਾਲੇ ਆਨੰਦ ਮੰਗਲ। ਇਉਂ ਗੁਰੂ ਸਾਹਿਬ ਜੀ ਹੁਣ ਸਾਡੀ ਪਰਖ ਨਹੀਂ ਕਰਦੇ। ਪੀਵੋ ਪਾਹੁਲ ਖੰਡੇ ਧਾਰ ਹੋਵੇ ਜਨਮ ਸੁਹੇਲਾ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਤਾ ਭਾਈ।
ਜੇ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ। ਪਰ ਸਾਡਾ ਉਲਟਾ ਸੁਭਾਵ ਹੈ। ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਕਤ ਕੀ ਬਿਦ ਨੈਨੋ ਡੀਠੀ। ਤੋ ਜੇ ਰੱਬ ਦੇ ਪ੍ਰੇਮੀ ਨੂੰ ਭਾਵੇਂ ਸਾਰੀ ਧਰਤੀ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੱਕ ਸੋਨੇ ਦੀ ਦਿਖਾ ਦਿਓ, ਉਹਨੂੰ ਗੁਰੂ ਰਾਮਦਾਸ ਦੇ ਦਰਸ਼ਨਾਂ ਤੋਂ ਬਗੈਰ ਕੋਈ ਚੰਗਾ ਨਹੀਂ ਲੱਗੂਗਾ। ਉਹ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕੂਗਾ ਹੀ ਟੇਕੂਗਾ, ਰਸਤੇ 'ਚ ਨਹੀਂ ਭਟਕੂਗਾ। ਇਹ ਬਾਣੀ ਵਿੱਚ ਸਾਹਿਬਾਂ ਨੇ ਲਿਖਿਆ ਹੋਇਆ ਕਿ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਮੈ ਅਵਰ ਨ ਭਾਇਆ ਰਾਮ। ਰਾਮ ਹੈ ਭਾਈ, ਜੇ ਸਾਰੀ ਧਰਤੀ ਭਾਵੇਂ ਸੋਨੇ ਦੀ ਬਣਾ ਦਿਓ, ਵਾਹਿਗੁਰੂ ਦੇ ਨਾਮ ਤੋਂ ਬਗੈਰ ਉਹਨਾਂ ਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਜਲ ਦੀ ਬਜਾਏ ਭਾਈ ਗੁਰਦਾਸ ਜੀ ਨੇ ਸਾਖੀ ਲਿਖੀ ਹੈ ਵੀ ਲੋਟਾ ਦਿੱਤਾ, ਉਹ ਸਿੱਧਾਂ ਨੇ ਆਖਿਆ ਜਲ ਭਰ ਕੇ ਲਿਆ, ਹੀਰੇ ਮੋਤੀ ਦਿਖਾਏ ਵੀ ਇਹ ਸਾਡਾ ਚੇਲਾ ਬਣ ਜਾਊਗਾ। ਪਰ ਗੁਰੂ ਸਾਹਿਬ ਨੇ ਸ਼ਬਦ ਨਹੀਂ ਛੱਡਿਆ, ਆਪ ਦਾ ਧਰਮ ਨਹੀਂ ਛੱਡਿਆ। ਕਿਉਂ ਕੋਈ ਲੱਖ ਲਾਲਚ ਦਏ। ਮਾਂ ਪਿਓ ਦੀ ਸਿੱਖਿਆ ਹੁੰਦੀ ਹੈ ਵੀ ਪੁੱਤ ਸਿੱਧਾ ਘਰੋਂ ਸਕੂਲੇ ਜਾਣਾ ਅਤੇ ਘਰ ਆਉਣਾ, ਗੁਰਦੁਆਰੇ ਜਾਣਾ। ਰਾਹ 'ਚ ਕਿਸੇ ਦੇ ਆਖੇ ਟੌਫੀ ਦੇ ਲਾਲਚ ਨੂੰ ਨਿਆਣੇ ਚੁੱਕੇ ਜਾਂਦੇ ਨੇ। ਅਤੇ ਇਸ ਵਾਸਤੇ ਲਾਲਚ ਨਹੀਂ ਕਰਨਾ ਕਿਸੇ ਦੀ ਚੀਜ਼, ਭਾਵੇਂ ਹੀਰਾ ਡਿੱਗਾ ਸੋਨਾ ਮੋਤੀ, ਉਹਨੂੰ ਚੁੱਕਣਾ ਨਹੀਂ। ਕੀਮਤਾਂ ਕਿਤਨਾ ਦੀ ਹੈ। ਆ ਬਿਮਾਰੀ ਦੀ ਹਾਲਤ 'ਚ 500 ਦੇ ਲੋਟ ਲੋਕਾਂ ਖਿਲਾਰ ਦਿੱਤੇ ਸੀਗੇ। ਉਹ ਬਥੇਰਾ ਪ੍ਰਚਾਰ ਹੋਇਆ ਵੀ ਕੋਈ ਚੀਜ਼ ਚੁੱਕੋ ਨਾ ਬਈ, ਕੀਮਤਾਂ ਕੀ ਲੱਗਾ ਹੋਇਆ ਉਹਨੂੰ। ਅਤੇ ਇਸ ਵਾਸਤੇ ਮਹਾਰਾਜ ਦਾ ਵੀ ਇਹ ਹੁਕਮ ਹੈ ਭਾਈ, ਲਾਲਚ ਛੋਡੋ ਅੰਧੇ ਹੋ ਲਾਲਚ ਦੁੱਖ ਭਾਰੀ। ਤੋਤਾ ਅਤੇ ਜੀਵ ਜੰਤੂ ਉਹ ਚੋਗਾ ਚੁਗਣ ਲੱਗਿਆਂ ਫਸਦੇ ਨੇ। ਜਦ ਵੀ ਫਸਦੇ ਨੇ ਇਹ ਨਹੀਂ ਵੇਖਣਾ ਵੀ ਹੌਸਪੀਟਲ ਦਾ ਇਲਾਜ ਫਰੀ ਹੈ, ਉੱਥੇ ਪੂੜੀਆਂ ਛੋਲੇ ਆਖੇ ਰੁਪਈਏ ਦੇ ਮਿਲਦੇ ਨੇ। ਉਹ ਤਾਂ ਬਥੇਰਾ ਕੁਛ ਬਾਜ਼ਾਰ ਦੇ ਵਿੱਚ ਮਹਾਰਾਜ ਮਾਇਆ ਦੇ ਦੇਵੇ ਅਤੇ ਚੰਗੀ ਚੀਜ਼ ਜਿੰਨਾ ਮਰਜ਼ੀ ਪੈਸੇ ਖਰਚੋ ਅਤੇ ਛਕੀ ਜਾਓ। ਜੇ ਪੂੜੀਆਂ ਛੋਲਿਆਂ ਦੇ ਲਾਲਚ ਜੀ ਬੰਦੇ ਨੇ ਗੁਰਦੁਆਰਾ ਛੱਡਣਾ, ਦੱਸੋ ਕੀ ਫਾਇਦਾ ਹੋਇਆ। ਉਹ ਫਲਾਣੇ ਦਾ ਘਰ ਬਣਾ ਦਿੰਦੇ ਨੇ, ਉਹ ਵਿਆਹ ਕਰ ਦਿੰਦੇ ਨੇ। ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਰਹੀਏ, ਭਾਵੇਂ ਗਰੀਬੀ ਹੈ ਅਤੇ ਭਾਵੇਂ ਅਮੀਰੀ ਹੈ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਲਾਲਚ ਛੋਡੋ ਅੰਧੇ ਹੋ ਲਾਲਚ ਦੁੱਖ ਭਾਰੀ। ਇਹ ਭਾਰੀ ਦੁੱਖਾਂ ਦਾ ਕਾਰਨ ਜੇ। ਤੋ ਇਸ ਵਾਸਤੇ ਕਾਂ ਕਬੂਤਰ ਤੋਤੇ ਆਦਿਕ ਬੜਾ ਦੁੱਖ ਭੋਗਦੇ ਹਨ। ਮਰਕਟ ਮੁਸ਼ਟੀ ਅਨਾਜ ਕੀ ਮਨ ਬੋਰਾਰੇ, ਲੀਨੀ ਹੱਥ ਪਸਾਰ ਛੂਟਣ ਕੋ ਸਹਿਸਾ ਪਰਿਆ ਮਨ ਬੋਰਾਰੇ। ਨਾਚਿਓ ਘਰ ਘਰ ਬਾਹਰ। ਬਾਂਦਰ ਨੇ ਮੁੱਠ ਭਰੀ ਫੁੱਲੀਆਂ ਦੀ ਅਤੇ ਛੋਲਿਆਂ ਦੀ, ਅਤੇ ਉਹਨੂੰ ਘਰੋਂ ਘਰ ਨੱਚਣਾ ਪਿਆ। ਕਿਉਂ ਲਾਲਚ ਦੇ ਵਿੱਚ ਜੇ ਗੁਰਦੁਆਰਾ ਛੱਡ ਦਿੱਤਾ, ਕੀ ਪਤਾ ਕਿੰਨੀਆਂ ਜੂਨਾਂ 'ਚ ਕੁੱਤੇ ਬਿੱਲੇ ਸਹੀ ਬਣਨਾ ਪਊਗਾ। ਫਿਰ ਆਪਾਂ ਕਿੱਥੇ ਜਾਵਾਂਗੇ ਦੱਸੋ। ਥੋੜ੍ਹੇ ਜਿਹੇ ਲਾਲਚ ਨੂੰ ਜੇ ਭਟਕ ਗਏ। ਇਸ ਲਈ ਇਸ ਘਰ ਮੇਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੇ ਹੀ ਕੇ ਤੂੰ ਮਤ ਹੀ ਜਾਹੇ। ਮਹਾਰਾਜ ਪਾਤਸ਼ਾਹ ਪਦ ਕਥਨ ਕਰਦੇ ਨੇ, ਜਿਨ ਕੋ ਪਿਆਸ ਹੋਏ ਪ੍ਰਭ ਘੇਰੀ। ਜਿਨ੍ਹਾਂ ਨੂੰ ਰੱਬ ਦੇ ਮਿਲਣ ਦੀ ਪਿਆਸ ਹੈ, ਤਿਨ ਅਵਰ ਨਾ ਭਾਵੇ ਬਿਨ ਹਰ ਕੋ ਦੁਈਆ। ਉਹਨਾਂ ਨੂੰ ਹਰੀ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ ਹੈ। ਮੈਨੂੰ ਕਈਆਂ ਨੇ ਆਖਿਆ ਵੀ ਚੱਲ ਸਾਡੇ ਡੇਰੇ ਤੈਨੂੰ 10ਵਾਂ ਦੁਆਰ। ਆਪਾਂ ਆਖਿਆ ਵੀ ਸਾਨੂੰ ਇਹੀ ਦੁਆਰਾ ਚੰਗਾ, 10ਵੇਂ ਦੁਆਰ ਨੂੰ ਕੀ ਸਿਰ 'ਤੇ ਚੜਾਉਣਾ। ਆਹ ਗੁਰਦੁਆਰਾ ਹੀ ਇੱਥੇ ਹੀ ਨਹੀਂ ਆਇਆ ਜਾਂਦਾ, ਅਤੇ ਇਸ ਵਾਸਤੇ ਗੁਰਦੁਆਰਾ ਹੀ ਚੰਗਾ, 10ਵਾਂ ਦੁਆਰ ਨਹੀਂ ਆਪਾਂ ਨੂੰ ਚਾਹੀਦਾ। ਜੋ ਮਹਾਂਪੁਰਖਾਂ ਨੇ ਸਿੱਖਿਆ ਦਿੱਤੀ ਹੈ, ਬਾਬਾ ਠਾਕੁਰ ਸਿੰਘ ਸਾਹਿਬ ਜੀ, ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਪਖੰਡ ਦੇ ਬੜੇ ਵਿਰੋਧੀ ਸਨ। ਅਤੇ ਇਸ ਵਾਸਤੇ ਕਥਾ ਹੀ ਚੰਗੀ ਹੈ, ਇਹਦੇ 'ਚ ਹੀ ਸੁੱਖ ਹੈ। ਤੋ ਇਸ ਵਾਸਤੇ ਜੇ ਮਹਾਰਾਜ ਨੂੰ ਭਾਇਆ ਤਾਂ ਇੱਥੇ ਹੀ ਸਭ ਕੁਝ ਦਿਖਾਊਗਾ। ਮਹਾਰਾਜ ਕਥਨ ਕਰਦੇ ਨੇ ਵੀ ਕਿਸੇ ਦੇ ਪਿੱਛੇ ਲੱਗ ਕੇ ਰਾਹ ਦਾ ਸਵਾਮੀ ਅਤੇ ਜਾਂ ਸਰਸੇ ਵਾਲਾ ਮਾਲਕ ਨਾ ਬਣਾਓ ਭਾਈ। ਆਪ ਦਾ ਮਾਲਕ ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਨੂੰ ਮੰਨੋ। ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੈ। ਕੋਈ ਲਿਆ ਕੇ, ਕੋਈ ਆਣ ਕੇ, ਜਾਂ ਕੋਈ ਗੁਰੂ ਨੂੰ ਸਮਾਧੀ ਤੋਂ ਥਾਨ ਕਰਕੇ ਲਿਆਵੇ ਅਤੇ ਮੈਨੂੰ ਸਤਿਗੁਰਾਂ ਦੀ ਸ਼ਰਨ 'ਚ ਲਿਆ ਕੇ ਮੇਲਣਾ ਕਰੇ। ਜਿਵੇਂ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮਾਈ ਭਰਾਈ ਦੇ ਘਰੋਂ ਅੰਦਰ ਬੈਠਿਆਂ ਹੋਇਆਂ ਨੂੰ ਬੇਨਤੀ ਕਰਕੇ ਬਾਹਰ ਨਿਕਲਣ ਲਈ ਆਖਿਆ, ਅਤੇ ਫਿਰ ਗੁਰੂ ਸਾਹਿਬ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਅਤੇ ਸ਼ਬਦ ਉਚਾਰਿਆ ਮਹੱਲਾ ਦੂਜਾ। ਜਿਸ ਪਿਆਰੀ ਸਿਉ ਨੇਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਸ਼ੈ ਜੀਵਨ। ਗੁਰੂ ਅਮਰਦਾਸ ਜੀ ਨੂੰ
ਗੁਰਦੁਆਰਾ ਸੰਨ ਸਾਹਿਬ ਲੁਕਿਆ ਹੋਇਆਂ ਨੂੰ ਬਾਬਾ ਜੀ ਨੇ ਸੰਨ ਲਾ ਕੇ ਬੇਨਤੀ ਕਰਕੇ ਬਾਹਰ ਸੰਗਤਾਂ ਨੂੰ ਦਰਸ਼ਨ ਕਰਾਏ। ਇਉਂ ਗੁਰੂ ਮਹਾਰਾਜ ਮੈਨੂੰ ਪ੍ਰਭੂ ਦੇ ਨਾਲ ਮਿਲਾ ਦੇਵੇ। ਹਉ ਤੁਸ ਵਿਟੋਂ ਬਲ ਬਲ ਘੁੰਮ ਗਈਆ, ਮੈਂ ਤਿਸ ਦੇ ਉੱਪਰੋਂ ਬਲਿਹਾਰ ਕੁਰਬਾਨ ਦੇ ਸਦਕੇ ਜਾਣਾ ਕਰਦੀ ਹਾਂ। ਅਨੇਕ ਜਨਮ ਕੇ ਵਿਛੜੇ ਜਨ ਮੇਲੇ, ਇਹ ਸਖੀ ਅਨੇਕਾਂ ਜਨਮਾਂ ਦੀ ਵਿਛੜਿਆਂ ਹੋਇਆਂ ਭਗਤਾਂ ਨੂੰ ਪ੍ਰਭੂ ਨੇ ਆਪਣੇ ਨਾਲ ਮੇਲ ਲਿਆ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਹੀ ਤਾਂ ਹੈ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਡੀਠ। ਕੱਲ ਇੱਕ ਮੈਨੂੰ ਬਚਨ ਸੁਣਾ ਰਹੇ ਸੀ ਗੁਰਮੁਖ, ਨਿੱਤ ਆਉਂਦੇ ਨੇ ਸਵੇਰੇ ਸ਼ਾਮ, ਮੈਂ ਨਾਂ ਨਹੀਂ ਦੱਸਣਾ। ਕਹਿੰਦੇ ਕਿਸੇ ਮੈਨੂੰ ਦੱਸਿਆ ਵੀ ਤੂੰ ਸ਼ੇਖ ਸੀਗਾ ਦੁਬਈ ਦਾ ਅਤੇ ਸਿੱਖ ਪੰਥ ਦਾ ਕੱਟੜ ਵਿਰੋਧੀ ਸੀ। ਮੁਸਲਮਾਨ ਬੜੇ ਵਿਰੋਧੀ ਹੁੰਦੇ ਨੇ, ਖਾਸ ਕਰਕੇ ਜਿਹੜੇ ਕੱਟੜ ਹੋਣ ਸ਼ਰ੍ਹਾਈ। ਅਤੇ ਤੈਨੂੰ ਸਿੱਖ ਧਰਮ 'ਚ ਮਹਾਰਾਜ ਨੇ ਅੰਮ੍ਰਿਤ ਛਕਾਇਆ ਵੀ ਪੁੱਤ ਹੁਣ ਤਾਂ ਗੁਰੂ ਨਾਨਕ ਸਾਹਿਬ ਨੂੰ ਤੈਨੂੰ ਮੰਨਣਾ ਪਊਗਾ, ਤੂੰ ਇਸ ਲਈ ਵਿਛੜਿਆਂ ਨੂੰ ਮਿਲਣ ਲਈ ਇੱਥੇ ਲਿਆਂਦਾ ਹੈ। ਜਾਂ ਸਤ ਸਤ ਸਤਿਗੁਰ ਸਰਣ ਪਵਈਆ, ਪਰ ਮਿਲਾਂਗੇ ਤਾਂ ਹੀ ਜੇ ਸਤ ਨਿਸ਼ਚੇ ਕਰਕੇ ਸੱਚ ਸਰੂਪ ਸਤਿਗੁਰੂ ਜੀ ਦੇ ਓਟ ਵਿੱਚ ਪਵਾਂਗੇ। ਸੇ ਜੇ ਕਾ ਏਕੋ ਪ੍ਰਭ ਠਾਕੁਰ, ਇਹ ਸਖੀ ਗੁਰਾਂ ਨੇ ਇਹ ਵੀ ਦੱਸਿਆ ਕਿ ਅੰਤःਕਰਨ ਰੂਪੀ ਸੇਜਾ ਵੀ ਇੱਕ ਹੈ। ਜਿੱਥੇ ਇੱਕ ਪਾਸੇ ਜੀਵ ਹੈ ਉਹਦੇ ਤੇ ਇੱਕ ਪਾਸੇ ਠਾਕੁਰ ਦੀ ਜੋਤ ਹੈ, ਵਿੱਚ ਪੜਦਾ ਹੈ। ਕਿ ਕੂੜਾ ਟੁੱਟੇ ਪਾਲ, ਹਉਮੈ ਦਾ ਪੜਦਾ ਹੈ, ਕੂੜ ਦੀ ਕੰਧ ਹੈ। ਮਹਿਲ ਨ ਪਾਵੈ ਮਨ ਮੁਖ ਪਰਮਈਆ, ਜਿਹੜੀ ਜੀਵ ਆਤਮਾ ਲਾਗੇ ਹੀ ਪ੍ਰਮਾਤਮਾ ਵਸ ਰਿਹਾ, ਪਰ ਮਨਮੁਖਾਂ ਦੀ ਬਿਰਤੀ ਵਿਕਾਰਾਂ 'ਚ ਭਟਕਦੀ ਰਹਿੰਦੀ ਹੈ, ਸਰੂਪ ਦੇ ਮਹੱਲ ਨੂੰ ਨਹੀਂ ਪਾਉਂਦੀ। ਤੁਸੀਂ ਪੁੱਛੋ ਕਿਵੇਂ? ਡੱਡੂ ਵੇਖੋ ਕਮਲ ਦੀਆਂ ਜੜ੍ਹਾਂ 'ਚ ਚੱਕੜ ਖਾਂਦਾ ਰਹਿੰਦਾ, ਉਹਨੂੰ ਕੀ ਪਤਾ ਕਮਲ ਦਾ ਵੀ ਉੱਪਰ ਕਮਲ 'ਚ ਸੁਗੰਧੀ ਹੈ, ਉੱਪਰੋਂ ਭੌਰਾ ਆ ਕੇ ਲੈ ਜਾਂਦਾ। ਇਸ ਤਰ੍ਹਾਂ ਸਾਡੀ ਬਿਰਤੀ ਦੁਨਿਆਵੀ ਰਸਾਂ ਕਸਾਂ 'ਚ ਭਟਕੀ ਹੋਈ ਹੈ। ਇਹ ਰਸ ਛੱਡ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਜੇ ਵੇਖੀ ਬਾਹਰ ਨੂੰ ਜਾਣਾ ਤੇ ਅੰਦਰ ਮਹਾਰਾਜ ਕਿਵੇਂ ਦਿਖੂਗਾ? ਡਿਉੜੀ ਦਾ ਮਤਲਬ ਤਾਂ ਇਹ ਆ ਬੰਦਾ ਬਾਹਰ ਨਿਕਲ ਜਾਏ ਭਾਵੇਂ ਅੰਦਰ ਨੂੰ ਆ ਜਾਏ। ਤੇ ਇਸ ਲਈ ਸੰਗਤ ਡਿਉੜੀ ਹੈ। ਜੇ ਬਿਰਤੀ ਠਿਕ ਗਈ ਤਾਂ ਪ੍ਰਭੂ ਦੇ ਦਰਸ਼ਨ ਨੇ, ਜੇ ਭਟਕ ਗਈ ਤਾਂ ਫਿਰ ਸੰਸਾਰ ਦੀਆਂ ਚੀਜ਼ਾਂ ਜਿਹੜੀਆਂ ਮਰਜ਼ੀ ਲੈ ਲਓ। ਗੁਰ ਗੁਰ ਕਰਤਾ ਸਰਨ ਜੇ ਆਵੈ, ਧੰਨ ਗੁਰੂ ਕਰਦਿਆਂ ਜੇ ਗੁਰੂ ਦੀ ਸ਼ਰਨ 'ਚ ਕੋਈ ਆ ਜਾਏ। ਪ੍ਰਭ ਆਏ ਮਿਲੈ ਖਿਨ ਢੀਲ ਨ ਪਈਆ, ਤਾਂ ਪ੍ਰਭੂ ਪਤੀ ਆ ਕੇ ਆਪੇ ਮਿਲ ਪੈਂਦਾ, ਇੱਕ ਖਿੰਨ ਮਾਤਰ ਵੀ ਢਿੱਲ ਨਹੀਂ ਪੈਂਦੀ ਹੈ। ਜਿਨੀ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਰਾੜਾ ਸਾਹਿਬ ਵਾਲੇ ਗੁਰਮੁਖ ਜਦ ਸਮਾਪਤੀ ਕਰਦੇ ਨੇ ਤੇ ਅਸਤੋਤਰ ਪੜ੍ਹਦੇ ਨੇ, ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਹੈ। ਇਹਦਾ ਲੌਜਿਕ ਇਹੀ ਹੈ ਕਿ ਮਹਾਰਾਜ ਨੇ ਆਖਿਆ ਹੈ ਵੀ ਜਿਹੜਾ ਧੰਨ ਕਹੂਗਾ ਉਹੀ ਪ੍ਰਭੂ ਨੂੰ ਮਿਲੂਗਾ। ਕਰ ਕਰ ਕਿਰਿਆ ਚਾਰ ਵਧਾਏ, ਮਨਮੁਖਾਂ ਨੇ ਨੇਤੀ ਧੋਤੀ ਆਦਿਕ ਸਾਧਨ ਕਰ ਕਰਕੇ ਕਰਮਾਂ ਦੇ ਕਰਤੱਬਾਂ ਨੂੰ ਵਧਾਇਆ ਹੈ। ਮਨ ਪਾਖੰਡ ਕਰਮ ਕਪਟ ਲੁਭਈਆ, ਮਨ 'ਚ ਲੋਕ ਵਿਖਾਵੇ ਵਾਲੇ ਕਰਮ ਤੇ ਛਲ ਵਾਲੇ ਪਦਾਰਥਾਂ 'ਚ ਲੁਭਾਏ ਮਨ ਹੋ ਰਿਹਾ ਹੈ। ਪਖੰਡ ਜ਼ਿਆਦਾ ਹੈ, ਕਮਾਈ ਹੈ ਨਹੀਂ। ਬੇਸੁਆ ਕੈ ਘਰ ਬੇਟਾ ਜਨਮਿਆ, ਹੇ ਮਹਾਤਮਾ ਰੂਪ ਸਖੀ ਜਿਵੇਂ ਵੇਸ਼ਵਾ ਦੇ ਘਰ ਵਿੱਚ ਕੋਈ ਪੁੱਤਰ ਜਨਮਿਆ ਹੋਵੇ। ਪਿਤਾ ਤਾਹੇ ਕਿਆ ਨਾਮ ਸਦਈਆ, ਉਹਦੇ ਪਿਓ ਦਾ ਦੱਸੋ ਨਾਮ ਕੀ ਸੱਦਿਆ ਜਾ ਸਕਦਾ ਹੈ। ਇਸੇ ਪ੍ਰਕਾਰ ਜਿਸ ਮਨਮੁਖ ਦਾ ਕੋਈ ਗੁਰੂ ਨਹੀਂ, ਕੋਈ ਪੀਰ ਰੂਪੀ ਪਿਤਾ ਨਹੀਂ ਹੈ। ਪੂਰਬ ਜਨਮ ਭਗਤ ਕਰ ਆਏ, ਜਿਹੜੇ ਪਹਿਲੇ ਜਨਮਾਂ 'ਚ ਨਿਸ਼ਕਾਮ ਕਰਮਾਂ ਦੀ ਭਗਤੀ ਕਰਕੇ ਆਏ ਹਨ। ਗੁਰ ਹਰ 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 ਭਗਤ ਜਮਈਆ, ਉਹਨਾਂ ਦੇ ਹਿਰਦੇ ਅੰਦਰ ਗੁਰਾਂ ਨੇ ਹਰੇਕ ਨੂੰ ਆਪ ਦੀ ਚੇਤਨ ਸਤਾ ਨਾਲ ਹਰੇ ਭਰੇ ਕਰਨ ਵਾਲੇ ਹਰੀ ਪ੍ਰਭੂ ਦੀ ਪ੍ਰੇਮਾ ਭਗਤੀ ਪੈਦਾ ਕਰ ਦਿੱਤੀ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ
सोई जागी वड भागी साध संग प्राप्त। भगत भगत करते हर पाया। ਇਹ ਸਖੀ ਭਗਤੀ ਵਾਲਿਆਂ ਨੇ ਭਗਤੀ ਕਰਕੇ ਪਾਇਆ। ਦਾਣੇ ਵੇਚ ਕੇ ਕੁਲਫੀਆਂ ਗੋਲੇ ਨਹੀਂ ਖਾਦੇ, ਤਾਂਬਾ ਵੇਚ ਕੇ ਪਤੀਸਾ ਨਹੀਂ ਖਾਦਾ। ਲੋਕਾਂ ਦੇ ਭਾਣੇ ਐਵੇਂ ਹੀ ਰੱਬ ਮਿਲ ਗਿਆ ਵੀ ਸੰਤ ਤਾਂ ਕਮਲੇ ਤੁਰੇ ਫਿਰਦੇ ਨੇ, ਇਹਨਾਂ ਨੂੰ ਕੱਖ ਦਾ ਪਤਾ ਨਹੀਂ। ਕਬੀਰ ਜੀ ਕਹਿੰਦੇ ਕਹੋ ਕਬੀਰ ਭਗਤ ਕਰ ਪਾਇਆ, ਐਵੇਂ ਨਾ ਸਮਝਿਓ। ਇੱਕ ਔਕਟ ਘਾਟੀ ਰਾਮ ਕੀ ਤੇ ਚੜ੍ਹਦੇ ਹੋ ਕਬੀਰ, ਇਹ ਔਖੀ ਬੜੀ ਹੈ ਜਿੱਥੇ ਆਪਾਂ ਚੜ੍ਹੇ ਹੋਏ ਆ। ਇਹ ਕੋਈ ਖਾਲਾ ਜੀ ਦਾ ਵਾੜਾ ਕੋਈ ਆਮ ਗੱਲ ਨਹੀਂ ਹੈ ਜਿਵੇਂ ਲੋਕਾਂ ਨੇ ਸਮਝੀ ਹੋਈ ਹੈ। ਸਭ ਤੋਂ ਔਖਾ ਕੰਮ ਭਗਤੀ ਕਰਨੀ ਹੈ। ਸੋ ਰੱਬ ਨੂੰ ਪਾਉਣਾ ਧੰਨੇ ਨੇ। ਵੇਖੋ ਕਿੰਨਾ ਸਿਦਕ ਰੱਖਿਆ ਸੀਗਾ, ਇਉਂ ਭਗਤੀ ਕਰਕੇ ਪਾਇਆ ਹੈ। ਜਾਂ ਹਰ 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 ਨਾਮ ਸਮਈਆ। ਜਦ ਹਰੇਕ ਨੂੰ ਹਰੇ ਪਰੇ ਕਰਨ ਵਾਲੇ ਹਰੀ ਪ੍ਰਭੂ ਦੇ ਨਾਮ 'ਚ ਲੀਨ ਹੋ ਗਏ ਤਾਂ ਮਹਾਰਾਜ ਨੇ ਦਰਸ਼ਨ ਦਿੱਤੇ ਨੇ। ਦੁਨੀਆ ਨਾਲੋਂ ਟੁੱਟ ਕੇ ਫਿਰ ਰੱਬ ਦੀ ਪ੍ਰਾਪਤੀ ਹੁੰਦੀ ਹੈ। ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਉਧਰ ਲਾਉਣਾ। ਪ੍ਰਭ ਆਨ ਆਨ ਮਹਿੰਦੀ ਪਿਸਾਈ। ਪ੍ਰਭੂ ਨੇ ਆਪ ਹੀ ਸਾਨੂੰ ਦਵੈਤ ਵੱਲੋਂ ਲਿਆ ਕੇ ਮੋੜ ਕੇ ਆਪ ਦੀ ਸ਼ਰਨ 'ਚ ਪਾ ਕੇ ਸਾਡੀ ਸ਼ਰਧਾ ਰੂਪੀ ਮਹਿੰਦੀ ਪੀਸੀ ਹੈ, ਜਾਂ ਸਤੂਲ ਵਾਸ਼ਨਾ ਨੂੰ ਮਹਿੰਦੀ ਸੰਤੋਖ ਦੇ ਪੱਥਰ ਨਾਲ ਪੀਸੀ ਹੈ। ਆਪੇ ਕੋਲ ਕੋਲ ਅੰਗ ਲਈਆ। ਜਿਸ ਭੈਣ ਦੇ ਹੱਥਾਂ ਤੇ ਮਹਿੰਦੀ ਹੋਵੇ ਤੇ ਉਹਦਾ ਸੋ ਇਹ ਜਨਾਇਕ ਹੈ ਕਿ ਇਹਨੂੰ ਆਪਦੇ ਪਤੀ ਦੀ ਖੁਸ਼ੀ ਹੈ। ਫਿਰ ਪ੍ਰਭੂ ਨੇ ਆਪ ਹੀ ਸੂਖਮ ਵਾਸ਼ਨਾ ਨੂੰ ਨਿਵਰਤ ਕਰਨ ਰੂਪੀ ਘੋਲ ਘੋਲ ਕੇ ਸਾਡੇ ਅੰਗ ਹਿਰਦੇ 'ਚ ਪੱਕੀ ਲਾ ਦਿੱਤੀ ਹੈ। ਜਿਨ ਕੋ ਠਾਕੁਰ ਕਿਰਪਾ ਤਾਰੀ। ਇਹ ਮਹਾਤਮਾ ਰੂਪ ਸਖੀ ਜਿਨ੍ਹਾਂ ਦੇ ਉੱਤੇ ਮਾਲਕ ਪਰਮਾਤਮਾ ਨੇ ਆਪ ਦੀ ਕਿਰਪਾ ਕੀਤੀ ਹੈ। ਬਾਹਾਂ ਪਕੜ ਨਾਨਕ ਕੱਢ ਲਈਆ। ਸਾਡਾ ਮਨ ਤਾਂ ਲਾਇਮ ਨਹੀਂ ਲੱਗਦਾ, ਪਰ ਜੇ ਮਹਾਰਾਜ ਤੁਰਠ ਜਾਏ ਇੱਕ ਨਾ ਸੁੱਤਿਆਂ ਦੇ ਉਠਾ ਲਓ, ਉਹਨਾਂ ਦੀ ਬਿਰਤੀ ਰੂ ਬਾਂਹ ਨੂੰ ਫੜ ਕੇ ਆਪ ਸੰਸਾਰ ਸਮੁੰਦਰ 'ਚੋਂ ਬਾਹਰ ਕੱਢ ਕੇ ਮੁਕਤੀ ਦੇ ਕਿਨਾਰੇ 'ਤੇ ਲਿਆ ਕੇ ਆਪਣੇ ਨਾਲ ਮੇਲ ਲੈਂਦਾ ਹੈ। ਇੱਥੇ ਸੁਖਮਨਾ ਸਾਹਿਬ ਨਾਮੇ ਬਾਣੀ ਦੀਆਂ ਪਹਿਲੀਆਂ 6 ਅਸ਼ਟਪਦੀਆਂ ਸਮਾਪਤ ਹੋਈਆਂ ਹਨ। ਭੁੱਲਾਂ ਚੁੱਕਾਂ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਪ੍ਰਭ ਆਨ ਆਨ ਮਹਿੰਦੀ ਪਿਸਾਈ। ਆਪੇ ਕੋਲ ਕੋਲ ਅੰਗ ਲਈਆ। ਜਨ ਕਉ ਠਾਕੁਰ ਕਿਰਪਾ ਧਾਰੀ। ਬਾਹਾਂ ਪਕੜ ਨਾਨਕ ਕੱਢ ਲਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।